ਕਰੀਏ ਗੁਰ ਵਿਚਾਰ ਨਾਨਕ ਬੇੜੀ ਸੱਚ ਕੀ ਕਰੀਏ ਗੁਰ ਵਿਚਾਰ जेही ਧਾਤ ਤੇਹਾ ਤਿੰਨ ਨਾਉ। ਜਿਸ ਤਰ੍ਹਾਂ ਦੀ ਉਹਦਾ ਅਸਲਾ ਹੈ ਉਸੇ ਤਰ੍ਹਾਂ ਦਾ ਉਹਦਾ ਨਾਂ ਪੈ ਜਾਂਦਾ ਹੈ। ਸੱਚੇ ਪਾਤਸ਼ਾਹ ਬਾਣੀ 'ਚ ਕਹਿੰਦੇ ਨੇ ਵੀ ਜੇ ਕੋਈ ਧਰਮੀ ਹੋਵੇ ਤੇ ਲੋਕ ਉਹਨੂੰ ਧਰਮੀ ਕਹਿਣ ਲੱਗ ਪੈਂਦੇ ਨੇ, ਜੇ ਕੋਈ ਪਾਪ ਕਰੇ ਤੇ ਲੋਕ ਪਾਪੀ ਵੀ ਕਹਿਣਾ ਸ਼ੁਰੂ ਕਰ ਦਿੰਦੇ। ਫੁੱਲ ਭਾਉ ਫਲ ਲਿਖਿਆ ਪਾਇ, ਆਪ ਬੀਜ ਆਪੇ ਹੀ ਖਾਇ। ਫੁੱਲ ਭਾਉ, ਭਾਉ ਦੇ ਅਰਥ ਨੇ ਭਾਵਨਾ। ਭਾਵਨਾ ਤੋਂ ਸੈਂਸ ਹੈ ਰੁਚੀ। ਜਿਸ ਤਰ੍ਹਾਂ ਦੀ ਰੁਚੀ ਉਸ ਤਰ੍ਹਾਂ ਦੇ ਫੁੱਲ ਲੱਗਦੇ ਨੇ। ਫੁੱਲ ਭਾਉ ਫਲ ਲਿਖਿਆ ਪਾਏ, ਫਿਰ ਉਸੇ ਹਿਸਾਬ ਦੇ ਉਹਨੂੰ ਫਲ ਲੱਗਦੇ ਨੇ। ਸੈਂਸ ਕੀ ਹੈ ਵੀ ਜਿਸ ਤਰ੍ਹਾਂ ਦੀ ਕਿਸੇ ਮਨੁੱਖ ਦੀ ਭਾਵਨਾ ਹੈ ਉਸ ਤਰ੍ਹਾਂ ਦਾ ਉਹਨੂੰ ਫਲ ਮਿਲ ਜਾਂਦਾ ਹੈ। ਇਹਨੂੰ ਮੈਂ ਥੋੜਾ ਜਿਹਾ ਆਗਿਆ ਲੈ ਕੇ ਖੋਲ ਦਿਆਂ। ਸੱਚੇ ਪਾਤਸ਼ਾਹ ਦੇ ਬਾਣੀ ਵਿੱਚ ਬਚਨ ਨੇ, ਸਤਿਗੁਰ ਸਦਾ ਦਿਆਲ ਹੈ ਭਾਈ। ਸਤਿਗੁਰ ਸਦਾ ਦਿਆਲ ਹੈ ਭਾਈ। ਮੈਂ ਵੇਖਿਆ ਕਈ ਬੰਦਿਆਂ ਦਾ ਸੁਭਾਅ ਹੁੰਦਾ ਵੀ ਉਹ ਕਮਿਊਨਿਟੀ ਦਾ ਇੱਧਰ ਉੱਧਰ ਲੋਕਾਂ ਦਾ ਭਲਾ ਕਰਦੇ ਨੇ, ਪਰ ਕਦੀ ਕਦੀ ਇਹ ਵੀ ਸੁਣਨ ਵਿੱਚ ਆਉਂਦਾ ਵੀ ਅੱਜ ਨਾ ਮਿਲਿਓ। ਕਿਉਂ? ਅੱਜ ਸਾਹਿਬ ਦਾ ਮੂਡ ਨਹੀਂ ਠੀਕ, ਅੱਜ ਨਾ ਮਿਲਿਓ, ਬੜੇ ਗੁੱਸੇ 'ਚ ਨੇ। ਪੰਜਵੇਂ ਪਾਤਸ਼ਾਹ ਕਹਿੰਦੇ ਨੇ ਵੀ ਕੰਮ ਗੁਰੂ ਬੜਿਆਂ ਦੇ ਕਰਦਾ ਹੈ, ਇਹਦਾ ਮੂਡ ਕਦੀ ਖਰਾਬ ਹੁੰਦਾ ਹੀ ਨਹੀਂਗਾ। ਆਖੋ ਸਤਨਾਮ ਸ੍ਰੀ। ਜਦੋਂ ਮਰਜੀ ਆ ਜਾਓ, ਮੂਡ ਠੀਕ ਹੀ ਰਹਿੰਦਾ। ਸਦਾ ਦਿਆਲ ਹੈ ਭਾਈ, ਸਦਾ ਦਿਆਲ ਹੈ ਭਾਈ। ਪਰ ਨਾਲ ਕਹਿ ਦਿੱਤਾ ਬਿਨ ਭਾਗਾ ਕਿਆ ਪਾਈਏ। ਸਤਿਗੁਰ ਸਦਾ ਦਿਆਲ ਹੈ ਭਾਈ, ਬਿਨ ਭਾਗਾ ਕਿਆ ਪਾਈਏ। ਸੱਚੇ ਪਾਤਸ਼ਾਹ ਇਹ ਕੀ ਗੱਲ ਹੋਈ? ਨਾਲੇ ਕਹਿ ਦਿੱਤਾ ਵੀ ਸਤਿਗੁਰੂ ਸਦਾ ਦਿਆਲ ਹੈ, ਨਾਲੇ ਵਿੱਚ ਕਿਸਮਤ ਨੂੰ ਲਿਆ ਕੇ ਖੜਾ ਕਰ ਦਿੱਤਾ। ਕਹਿਣ ਲੱਗੇ ਨਹੀਂ, ਪੂਰੀ ਗੱਲ ਸੁਣੋ ਨਾ। ਏਕ ਨਦਰ ਕਰ ਦੇਖੇ ਸਭ ਊਪਰ, ਏਕ ਨਦਰ ਕਰ ਦੇਖੇ ਸਭ ਊਪਰ, ਜਿਹਾ ਪਾਓ ਤੇਹਾ ਫਲ ਪਾਈਏ। ਭਾਈ ਗੁਰਦਾਸ ਜੀ ਲਿਖ ਰਹੇ ਨੇ, ਗੁਰੂ ਅਰਜਨ ਸਾਹਿਬ ਬੀੜ ਲਿਖਾ ਰਹੇ ਨੇ। ਇੱਥੇ ਜਦੋਂ ਪਹੁੰਚੇ ਨਾ, ਬੜੀ ਦਿਲਚਸਪ ਕਥਾ ਹੈ। ਆਖਣ ਲੱਗੇ ਮਹਾਰਾਜ ਗੱਲ ਤੇ ਕੋਈ ਨਹੀਂ, ਮੈਨੂੰ ਕੋਈ ਨਹੀਂ ਸਮਝ ਆਈ ਤੇ ਮੈਂ ਆਗਰੇ ਜਾ ਕੇ ਸੰਗਤ ਨੂੰ ਕਿਵੇਂ ਸਮਝਾਂਗਾ। ਕਹਿੰਦੇ ਹੋ ਨਾ, ਚੱਲ ਬੁਰਹਾਨਪੁਰ, ਚੱਲ ਆਗਰੇ, ਚੱਲ ਕਲਕੱਤੇ ਪ੍ਰਚਾਰ ਕਰ। ਤੇ ਜਿਹੜੀ ਤੁਹਾਡੀ ਬਾਣੀ ਹੈ ਮੇਰੇ ਖਾਨੇ 'ਚ ਨਾ ਪਈ, ਮੈਂ ਕਮਿਊਨਿਟੀ ਦੇ ਖਾਨੇ 'ਚ ਕਿੱਥੋਂ ਪਾਵਾਂਗਾ? ਮੈਨੂੰ ਇਹ ਸ਼ਲੋਕ ਜ਼ਰੂਰ ਸਮਝਾਓ। ਲਿਖਿਆ ਉੱਥੇ ਫਿਰ ਸੱਚੇ ਪਾਤਸ਼ਾਹ ਨੇ ਗੋਡੇ ਨਾਲ ਗੋਡਾ ਜੋੜ ਕੇ ਭਾਈ ਗੁਰਦਾਸ ਨੂੰ ਦੱਸਿਆ ਵੀ ਇਸ ਪੰਕਤੀ ਨੂੰ ਇਉਂ ਖੋਲਣਾ। ਤੇ ਪਤਾ ਕੀ ਦੱਸਿਆ? ਜੋ ਕੁਝ ਦੱਸਿਆ ਭਾਈ ਗੁਰਦਾਸ ਨੇ ਉਹਦਾ ਇੱਕ ਕਵਿਤ ਬਣਾ ਦਿੱਤਾ। ਕਿ ਗੁਰੂ ਅਰਜਨ ਸਾਹਿਬ ਕਹਿਣ ਲੱਗੇ ਭਾਈ ਗੁਰਦਾਸ, ਜਿਸ ਤਰ੍ਹਾਂ ਇੱਕ ਵੈਦ ਹੁੰਦਾ ਹੈ, ਵੈਦ ਮਸ਼ਹੂਰ, ਉਸ ਵੈਦ ਦੇ ਸਿਰ ਦੇ ਉੱਤੇ ਖਲੋ ਜਾਂਦਾ, ਅਕਾਲ ਪੁਰਖ ਉਹਦੇ ਸਿਰ ਤੇ ਹੱਥ ਰੱਖਦਾ ਵੀ ਲੈ ਨੀਅਤ ਨਾਲ ਦਵਾ ਦੇ, ਇਹਦੇ ਵਿੱਚ ਮੈਂ ਵਰਤਾਂਗਾ। ਵੈਦਾ ਸੰਦਾ ਸੰਗ ਇਕੱਠਾ ਹੋਇਆ। ਕਈ ਵਾਰ ਕੋਈ ਟ੍ਰੀਟਮੈਂਟ ਇੱਕ ਡਾਕਟਰ ਕਰਦਾ, ਕਈ ਵਾਰ ਪੂਰੀ ਟੀਮ ਇਕੱਠੀ ਹੋ ਕੇ ਕਰਦੀ ਹੈ, ਰੋਗ ਜ਼ਿਆਦਾ ਹੁੰਦਾ। ਵੈਦਾ ਸੰਦਾ ਸੰਗ ਇਕੱਠਾ ਹੋਇਆ, ਫਿਰ ਕੀ ਉਹ ਬਚਾ ਲੈਂਦੇ ਨੇ? ਕਦੀ ਬਚਾ ਲੈਂਦੇ ਨੇ, ਕਦੀ ਉਹ ਕਹਿੰਦੇ ਵੀ ਨਹੀਂ ਸਾਡੇ ਵੱਸ ਦੀ ਨਹੀਂ ਗੱਲ, ਲੈ ਜਾਓ। ਪਰ ਜੇ ਵਾਹਿਗੁਰੂ ਕਿਰਪਾ ਕਰੇ ਤੇ ਕੀ ਹੁੰਦਾ? ਔਖਦ ਆਏ ਰਾਸ ਵਿੱਚ ਆਪ ਖਲੋਇਆ। ਜੋ ਜੋ ਉਹਨਾਂ ਕਰਮ, ਉਹਨਾਂ ਦੀ ਸਾਰੀ ਪ੍ਰੋਸੈਸਿੰਗ ਗਤੀਵਿਧੀਆਂ ਸੁਕਰਮ ਹੋਏ ਪਸਰਿਆ, ਉਹ ਚੰਗੀ ਐਕਟੀਵਿਟੀ ਬਣ ਜਾਂਦੀ। ਉਹਨਾਂ ਨੂੰ ਜਸ ਮਿਲਦਾ ਬਈ ਇਹਦੀ ਉਮੀਦ ਨਹੀਂ ਸੀ ਬਚਣ ਦੀ, ਫਲਾਣੇ ਡਾਕਟਰ ਸਾਹਿਬ ਨੇ ਇਹਨੂੰ ਬਚਾ ਲਿਆ। ਹਰਹਾ ਦੁੱਖ ਰੋਗ ਪਾਪ ਸਭ ਤਨ ਤੇ ਖਿਸਰਿਆ। ਵੈਦ ਦੇ ਉੱਤੇ ਵਾਹਿਗੁਰੂ ਦੀ ਹੋ ਜਾਏ ਕਿਰਪਾ, ਉਹਦੀ ਹੋ ਜਾਏ ਮਸ਼ਹੂਰੀ, ਲੋਕਾਂ ਦੀਆਂ ਲੱਗ ਜਾਣ ਲਾਈਨਾਂ, ਤੇ ਉਹ ਕੀ ਕਰਦਾ ਹੈ ਵੀ ਪੁੜੀਆਂ ਬਣਾ ਕੇ ਘੜੇ 'ਚ ਪਾ ਲੈਂਦਾ, ਤੇ ਜਿਹੜਾ ਆਇਆ ਝੋਲੀ 'ਚ 10 ਸੁੱਟ ਦਿੱਤੀਆਂ ਨਾ। ਉਹ ਹਰੇਕ ਰੋਗੀ ਨਾਲ ਡਿਸਕਸ ਕਰਦਾ, ਲੋੜ ਪਵੇ ਤੇ ਉਹਦਾ ਬਲੱਡ ਲੈਬ 'ਚ ਭੇਜਦਾ, ਫਿਰ ਉੱਥੋਂ ਰਿਪੋਰਟਸ ਆਉਂਦੀਆਂ ਨੇ, ਫਿਰ ਉਹਦੀ ਬਿਮਾਰੀ ਨੂੰ ਸਮਝਦਾ, ਫਿਰ ਜਿਸ ਤਰ੍ਹਾਂ ਦੀ ਉਹਦੀ ਬਿਮਾਰੀ ਹੈ ਉਸ ਤਰ੍ਹਾਂ ਦੀ ਉਹਨੂੰ ਮੈਡੀਸਿਨ ਪ੍ਰੋਵਾਈਡ ਕਰਦਾ। ਇਹ ਨਹੀਂ ਬਈ
ਹੁਣ ਕਿਸੇ ਬਿਮਾਰ ਨੂੰ ਅਸੀਂ ਮੈਡੀਕਲ ਸਟੋਰ 'ਚ ਵਾੜ ਦਈਏ ਵੀ ਤੂੰ ਬਿਮਾਰ ਹੈ, ਲੈ ਖਾ ਲੈ ਜਿੰਨੀਆਂ ਦਵਾਈਆਂ ਖਾਣੀਆਂ, ਉਹ ਕੀ ਬਚੇਗਾ? ਤੇ ਉਲਟਾ ਹੋਰ ਨੁਕਸਾਨ ਕਰ ਲਏਗਾ। ਉਹਨੂੰ ਪਤਾ ਹੀ ਨਹੀਂ ਕਿਹੜੀ ਦਵਾ ਖਾਣੀ, ਐਕਸਪਾਇਰ ਡੇਟ ਵਾਲੀ ਖਾ ਸਕਦਾ ਹੈ, ਜਿਹਨੇ ਹੋਰ ਜ਼ਿਆਦਾ ਨੁਕਸਾਨ ਕਰਨਾ ਉਹ ਵੀ ਖਾ ਸਕਦਾ ਹੈ। ਜਿਸ ਤਰ੍ਹਾਂ ਇੱਕ ਵੈਦ ਹੁੰਦਾ ਹੈ, ਉਹਦੇ ਕੋਲ ਅਨੇਕ ਰੋਗੀ ਆਉਂਦੇ ਨੇ, ਜਿਸ ਤਰ੍ਹਾਂ ਦੀ ਕਿਸੇ ਰੋਗੀ ਨੂੰ ਰੋਗ ਹੈ ਉਹਨੂੰ ਸਮਝ ਕੇ ਉਹਨੂੰ ਉਸ ਤਰ੍ਹਾਂ ਦੀ ਦਵਾਈ ਦੇ ਦਿੰਦਾ ਹੈ। ਵਾਹਿਗੁਰੂ ਦੀਆਂ ਦਿੱਤੀਆਂ ਦਾਤਾਂ ਵੰਡ ਕੇ ਛਕਣ ਦੀ ਜਾਚ ਆ ਜਾਏ ਤੇ ਉਹਦੀ ਵੀ ਧੁੰਮ ਪੈ ਜਾਂਦੀ, ਫਿਰ ਲੋੜਵੰਦ ਅਗਾਂਹ ਦੀ ਅਗਾਂਹ ਦੱਸਦੇ ਨੇ, ਲੋਕ ਪਹੁੰਚਣੇ ਸ਼ੁਰੂ ਹੋ ਜਾਂਦੇ ਵੀ ਉਹ ਲੋੜਾਂ ਪੂਰੀਆਂ ਕਰ। ਫਿਰ ਉਹ ਕੀ ਕਰਦਾ ਹੈ, ਹਾਂਜੀ ਦੱਸੋ ਸੇਵਾ। ਉਹ ਕਹਿੰਦੇ ਜੀ ਘਰ ਦਾ ਫਲਾਂ ਮੈਂਬਰ ਬਿਮਾਰ ਹੈ, ਡਾਕਟਰ ਨੇ ਦਵਾਈ ਲਿਖ ਦਿੱਤੀ ਹੈ, ਇੱਕ ਦੋ ਕੋਲ ਗਏ ਆ, ਉਹ ਸ਼ੱਕ ਕਰਦੇ ਨੇ, ਕਹਿੰਦੇ ਨੇ ਤੂੰ ਤੇ ਨਸ਼ਈ ਹੈ, ਤੂੰ ਪੈਸਿਆਂ ਦਾ ਸ਼ਰਾਬ ਪੀ ਜਾਏਗਾ, ਤੂੰ ਝੂਠ ਬੋਲਣਾ ਹੈ, ਕੋਈ ਬਿਮਾਰ ਨਹੀਂ, ਇਸ ਲਈ ਮੈਨੂੰ ਪੈਸੇ ਨਾ ਦਿਓ, ਪਰਚਾ ਲੈ ਲਓ ਕਿਰਪਾ ਕਰਕੇ, ਮੈਨੂੰ ਮੈਡੀਕਲ ਤੋਂ ਸਟੋਰ ਤੋਂ ਦਵਾਈਆਂ ਲੈ ਦਿਓ। ਉਹ ਕੀ ਕਰਦਾ ਹੈ, ਦਵਾਈਆਂ ਲੈ ਦਿੰਦਾ। ਸਰਦੀਆਂ ਦੀ ਰੁੱਤ ਤੇ ਠਰੂ ਠਰੂ ਕਰਦਾ, ਕੱਪੜਾ ਕੋਲ ਕੋ ਨਹੀਂ, ਉਹ ਕਹਿੰਦੇ ਦੱਸ ਵੀ ਕੀ ਲੋੜ ਹੈ, ਕਹਿੰਦਾ ਜੀ ਸਰਦੀ ਹੈ ਕੰਬਲ, ਉਹ ਕਹਿੰਦਾ ਚੱਕ ਕੰਬਲ ਜੀ, 3 ਦਿਨ ਤੋਂ ਭੁੱਖਾ, ਥਾਲ ਪਰੋਸ ਕੇ ਕਹਿੰਦਾ ਖਾ। ਭੁੱਖੇ ਨੂੰ ਰੋਟੀ, ਨੰਗੇ ਨੂੰ ਕੱਪੜਾ, ਬਿਮਾਰ ਨੂੰ ਦਵਾਈ, ਜਿਵੇਂ ਦੀ ਲੋੜ ਉਵੇਂ ਦੀ ਦਾਤ। ਦਾਤਾ ਇੱਕ ਹੈ, ਮੰਗਤੇ ਕਈ ਨੇ, ਜਿਵੇਂ ਦੀ ਲੋੜ ਹੈ ਉਵੇਂ ਦੀ ਦਾਤ ਹੈ। ਹਕੂਮਤ ਇੱਕ, ਰੋਜ਼ਗਾਰ ਦਫ਼ਤਰ ਇੱਕ, ਔਰ ਪੜ੍ਹੇ ਲਿਖੇ ਬੱਚੇ ਬੱਚੀਆਂ ਅਨੇਕ। ਹੁਣ ਜਿਵੇਂ ਦੀ ਕਿਸੇ ਦੀ ਯੋਗਤਾ ਹੈ, ਕਿਸੇ ਨੇ ਮੈਡੀਕਲ ਲਾਈਨ ਵਿੱਚ ਡਿਗਰੀ ਜਾਂ ਮਾਸਟਰ ਡਿਗਰੀ ਹਾਸਲ ਕੀਤੀ ਹੈ, ਕਿਸੇ ਨੇ ਨਾਨ ਮੈਡੀਕਲ ਵਿੱਚ, ਕਿਸੇ ਨੇ ਕਿਸੇ ਹੋਰ, ਇੱਕ ਡਰਾਈਵਰ ਨੂੰ ਡਰਾਈਵਰ ਦੀ ਸੀਟ ਤੇ, ਡਾਕਟਰ ਨੂੰ ਡਾਕਟਰ ਦੀ ਸੀਟ ਤੇ, ਪਾਇਲਟ ਨੂੰ ਪਾਇਲਟ ਦੀ ਸੀਟ ਤੇ, ਇਸੇ ਤਰ੍ਹਾਂ ਕ੍ਰਮਵਾਰ। ਬਾਕੀ ਹਕੂਮਤ ਜਿਸ ਤਰ੍ਹਾਂ ਦੀ ਯੋਗਤਾ ਹੈ ਉਸ ਤਰ੍ਹਾਂ ਦੀ ਜੌਬ ਤੇ ਬੱਚੇ ਬੱਚੀਆਂ ਨੂੰ ਬਿਠਾ ਦਿੰਦੀ ਹੈ। ਇਸੇ ਤਰ੍ਹਾਂ ਗੁਰੂ ਇੱਕ ਸਿੱਖ ਕਈ, ਜਿਸ ਤਰ੍ਹਾਂ ਦੀ ਭਾਵਨਾ ਉਸ ਤਰ੍ਹਾਂ ਦੀ ਉਹਦੀ ਝੋਲੀ ਦੇ ਵਿੱਚ ਦਾਤ। ਭਾਵਨਾ ਬਣਾਣੀ ਪਏਗੀ। जैसे तो अनेक रोगी आवत हैं, बैद ग्रह जैसो जैसो रोग तैसो औखद खवावई। जैसे दाता पास जन अर्थी अनेक आवे, जोई जोई जाचे दे दे दुखन मिटावई। जैसे राजा पास लोग आवत सेवा निमित, जोई जाही जोग तैसो टहल बतावई। तैसे गुरचरण शरण आवत हैं अनेक सिख, जैसो जैसो पाओ तैसी कामना पुजावई। सतगुर सदा दयाल है भाई, बिन भागा क्या पाइए। एक नदर कर देखे सब ऊपर, जेहा पाओ तेहा फल पाइए। लिखिया है फुल पाओ फल लिखिया पाए, आप बीज आपे ही खाए। ये शरीर मानो एक धरती है, और जेड़े साडी एक्टिविटी वो मानो बीज ने। असी इस शरीर नाल जिस तरह का आचरण करने आ, वो उग पैंदा। ਜਦੋਂ ਅਸੀਂ ਬੀਜ ਪਾਉਂਦੇ ਆ ਨਾ ਜ਼ਮੀਨ 'ਚ, ਉਹ ਨਹੀਂ ਦਿਸਦਾ, ਪਰ ਜਦੋਂ ਉੱਗਦਾ ਹੈ ਤੇ ਉਹ ਪ੍ਰਗਟ ਹੋ ਜਾਂਦਾ। ਇਸੇ ਤਰ੍ਹਾਂ ਜਦੋਂ ਪਾਪ ਹੁੰਦੇ ਨੇ ਉਦੋਂ ਨਜ਼ਰ ਨਹੀਂ ਆਉਂਦੇ। ਕਿੱਕਰ ਦਾ ਬੀਜ ਹੱਥ 'ਚ ਪਕੜੋ ਬੜਾ ਮੁਲਾਇਮ, ਪਰ ਜਦੋਂ ਉੱਗਦਾ ਹੈ ਤੇ ਉੱਗਦੇ ਨੂੰ ਸੂਲਾਂ। ਪਾਪ ਜਦੋਂ ਕਰਨੇ ਆ ਬੜੇ ਮੁਲਾਇਮ ਲੱਗਦੇ ਨੇ, ਚੰਗੇ ਲੱਗਦੇ ਨੇ, ਲੁਤਫ ਆਉਂਦਾ, ਪਰ ਜਦੋਂ ਉਹ ਪ੍ਰਗਟ ਹੁੰਦੇ ਨੇ ਉਦੋਂ ਫਿਰ ਉਹ ਸੂਲਾਂ ਵਿੱਚੋਂ ਨਿਕਲਦੀਆਂ, ਉਹ ਚੁੱਭਦੀਆਂ, ਅੜਿੱਕਾ ਖੜਾ ਕਰਦੀਆਂ ਨੇ। तो मैं थोड़ी जी बेनती कर दिया, समा तो बिल्कुल समाप्त है। कर्म फलसफा जिहड़ा है वो सिखिज़म जिहड़ी है कर्म फलसफे के मामले च वो इस्लाम नाल और हिंदूइज़म नाल 100% वो इत्तेफाक नहीं रखती। इन थोड़ा समझ लो। इत्थे भी लिखिया है भी फरीदा लोड़े दाख बिजोरियां, किकर बीजै जट, हंडै उन कटाएं दा पैंदा लोड़ है पट। बजौर ते इलाका है ना, माल्टा एक इलाका ही है, भूगोल के ज्ञानियों को पता है। अंतरे नूं इदां किहा जाण लग पिया, शहर का नाम दिता गया, चंगी किस्म है। इस तरह दाखां अंगूर बिजौर इलाके दियां, तू चंगी किस्म के अंगूर खाने चाहना है, सेंस है, ते बीजना की है किकर। ਉਹਨੂੰ ਅੰਗੂਰ ਤੇ ਲੱਗਣੇ ਨਹੀਂ, ਤੁੱਕੇ ਲੱਗਣਗੇ, ਸੂਲਾਂ ਲੱਗਣਗੀਆਂ। 10 ਸਾਲ ਪੁਰਾਣੀਆਂ ਰਜਾਈਆਂ ਚੋਂ ਰੂੰ ਕੱਢ ਕੇ ਦੁਬਾਰਾ ਪੰਜਾ ਕੇ ਉੰਨਣਾ ਤੇ ਕਹਿੰਦਾ ਇਹਦੇ ਕੱਪੜੇ ਰੇਸ਼ਮ ਦੇ ਬਣਨਗੇ। ਇਹਦੇ ਕਿਵੇਂ ਕੱਪੜੇ ਰੇਸ਼ਮ? ਇਹ ਤੇ ਮੰਜੀਆਂ ਦਾ ਵਾਣ ਵੀ ਨਹੀਂ ਬਣਨਾ। ਪੈਂਦਾ ਲੋੜ ਹੈ ਪੱਟ, ਹੰਡਾ ਉੱਨ ਕਤਾਏ ਦਾ, ਹੰਡੀ ਹੋਈ ਉੱਨ ਕੱਤਦਾ ਹੈ, ਪੁਰਾਣੀ ਉੱਨ ਕੱਤਦਾ ਹੈ, ਤੇ ਕਹਿੰਦਾ ਰੇਸ਼ਮ ਦਾ ਕੱਪੜਾ ਬਣ ਜਾ। ਕਿਵੇਂ ਬਣ ਜਾਏਗਾ? ਨਹੀਂ ਬਣੇਗਾ। ਭਾਵ ਬੀਜਣਾ ਕੁਝ ਹੋਰ ਏ, ਬੀਜਾ ਬਿਖ ਮੰਗੇ
ਅੰਮ੍ਰਿਤ ਵੇਖੋ ਇਹ ਨਿਆਉ, ਨਹੀਂ ਬਿਖ ਬੀਜ ਰਿਹਾ ਹੈ ਤੇ ਬਿਖ ਦੇ ਬੂਟੇ ਪ੍ਰਗਟ ਹੋਣਗੇ। ਪਰ ਗੁਰਮਤ ਨੇ ਇੱਕ ਇੱਥੇ ਵੱਖਰਾ ਫਲਸਫਾ ਦਿੱਤਾ ਵੀ ਜੇ ਕੋਈ ਮਨੁੱਖ ਆਪਣੇ ਕੀਤੇ ਹੋਏ ਪਾਪਾਂ ਤੋਂ ਤੌਬਾ ਕਰੇ, ਹਾਰਦਿਕ ਤੌਰ ਤੇ ਮਹਿਸੂਸ ਕਰੇ ਵੀ ਮੈਂ ਜੋ ਕੀਤਾ ਨਿਹਾਇਤ ਗਲਤ ਕੀਤਾ, ਔਰ ਯਾਦ ਕਰ ਕਰਕੇ ਉਹਨਾਂ ਪਾਪਾਂ ਨੂੰ ਜ਼ਾਰ-ਜ਼ਾਰ ਰੋਵੇ, ਜ਼ਾਰ-ਜ਼ਾਰ ਰੋਵੇ, ਰੋ ਰੋ ਕੇ ਇਹਦੀਆਂ ਅੱਖਾਂ ਚੋਂ ਸ਼ਹਿਬਰ ਲੱਗ ਜਾਏ, ਇਹਦੀਆਂ ਗੱਲਾਂ ਭਿੱਜ ਜਾਣ, ਇਹਦੇ ਕਾਲਰ ਭਿੱਜ ਜਾਣ। ਫਰਕ ਕੀ ਹੈ ਹਿੰਦੂਇਜ਼ਮ ਤੇ ਸਿੱਖੀਜ਼ਮ ਵਿੱਚ? ਮੈਂ ਉਮੀਦ ਕਰਾਂਗਾ ਤੁਸੀਂ ਦਿਲਚਸਪੀ ਦਿਖਾਓਗੇ, ਨੁਕਤਾ ਸਮਝਣ ਵਾਲਾ ਹੈ। ਕਰਮ ਫਲਸਫਾ ਬੜੀ ਲੰਬੀ ਚੌੜੀ ਖੇਡ ਹੈ, ਪਰ ਸੰਖੇਪ ਜਿਹੜੀ ਬੇਨਤੀ ਹੈ, ਉਹ ਕਹਿੰਦੇ ਨੇ ਅਕੱਟ ਹੈ, ਜੋ ਕਰਮ ਬੀਜਿਆ ਗਿਆ ਖਤਮ, ਇਹਦਾ ਫਲ ਭੋਗਣਾ ਹੀ ਪਏਗਾ। ਗੁਰਮਤ ਵੀ ਕਹਿੰਦੀ, ਪਰ ਇੱਕ ਸਟੇਜ ਤੇ ਗੁਰਮਤ ਕੀ ਕਹਿੰਦੀ ਹੈ? ਪਛਤਾਵਾ। ਪ੍ਰਿੰਸੀਪਲ ਗੰਗਾ ਸਿੰਘ ਨੇ ਆਪਣੀਆਂ ਕਿਤਾਬਾਂ 'ਚ ਇੱਕ ਆਰਟੀਕਲ ਲਿਖਿਆ, ਉਹਦਾ ਨਾਮ ਹੈ ਪਛਤਾਵਾ, ਪੜ੍ਹਨ ਵਾਲਾ ਆਰਟੀਕਲ ਹੈ। ਮੇਰੇ 94ਵੇਂ ਲੈਕਚਰ ਮਹਾਚਾਨਣ, ਜਨਤਾ 'ਚ ਕਿਵੇਂ ਬੋਲੀਏ, ਜੀਵਨ ਕਿਰਨਾ ਇਤਿਆਦਿਕ 5 ਕੁ ਪੁਸਤਕਾਂ ਇਸ ਤਰ੍ਹਾਂ ਦੀਆਂ ਨੇ, ਜੇ ਤੁਸੀਂ ਰੱਖ ਕੇ ਬਹਿ ਜਾਓ ਤੇ ਹੋ ਸਕਦਾ ਵੀ 5 ਪੜ੍ਹੇ ਬਗੈਰ ਤੁਸੀਂ ਉਹਨੂੰ ਸਮਾਪਤ ਨਾ ਕਰ ਸਕੋ। ਇੱਕ ਆਰਟੀਕਲ ਜਿਹਦਾ ਨਾਮ ਹੈ ਪਛਤਾਵਾ, ਉਹ ਕਹਿੰਦੇ ਨੇ ਵੀ ਜੇ ਕੋਈ ਮਨੁੱਖ ਸੱਚੀ ਮੁੱਚੀ ਰੋਵੇ ਵੀ ਹਾਏ ਮੇਥੋਂ ਇਹ ਗੁਨਾਹ ਕਿਉਂ ਹੋਏ, ਮੇਥੋਂ ਅਪਰਾਧ ਕਿਉਂ ਹੋਏ, ਮੇਥੋਂ ਇਹ ਪਾਪ ਕਿਉਂ ਹੋਏ, ਰੱਬਾ ਤੂੰ ਮੈਨੂੰ ਸਮੱਤ ਕਿਉਂ ਨਾ ਬਖਸ਼ੀ, ਰੋਵੇ ਸੱਚੀ ਮੁੱਚੀ ਦਿਲੋਂ, ਤੇ ਅੱਗੇ ਤੋਂ ਕਰੇ ਤੌਬਾ, ਤੇ ਉਹਦੇ ਕੀਤੇ ਹੋਏ ਗੁਨਾਹ ਜਿਹੜੇ ਨੇ ਉਹ ਖਤਮ ਹੋ ਜਾਂਦੇ ਨੇ। ਕਿਵੇਂ? ਇਹ ਕਿਵੇਂ ਹੋ ਗਿਆ ਜੀ? ਬੀ ਪੈ ਗਿਆ ਉਹ ਤੇ ਉੱਗੇਗਾ, ਬਿਲਕੁਲ ਉੱਗੇਗਾ, ਪਰ ਕਦੀ ਕਦੀ ਬੀ ਅਸੀਂ ਪਾਉਂਦੇ ਆ ਉੱਗਦਾ ਹੈ ਔਰ ਉੱਗ ਕੇ ਵੀ ਨਹੀਂ ਉੱਗਦਾ। ਕਿਵੇਂ? ਆ ਹੁਣੇ ਐਤਕੀ ਜਦੋਂ ਤਾਜ਼ੀਆਂ ਜਿਨ੍ਹਾਂ ਨੇ 3-4 ਨਵੰਬਰ ਨੂੰ ਕਣਕ ਬੀਜ ਦਿੱਤੀ ਨਾ, ਥੋੜੇ ਦਿਨ ਬਾਅਦ 2 ਦਿਨ ਬਾਅਦ ਮੀਂਹ ਪੈ ਗਿਆ, ਇਹਨੂੰ ਜਟਕੀ ਬੋਲੀ 'ਚ ਅਸੀਂ ਕਹਿੰਦੇ ਆ ਕੰਡ ਹੋ ਜਾਣੀ। ਇਹ ਕਰੰਡ ਹੋ ਗਈ ਹੈ ਜੀ। ਕੀ ਹੋ ਗਿਆ? ਬੀ ਪੈ ਗਿਆ। ਹੁਣ ਮੀਂਹ ਪੈਣ ਨਾਲ ਜਿਹੜੀ ਜ਼ਮੀਨ ਦੀ ਉੱਪਰਲੀ ਸਤਹ ਵੇ ਉਹ ਮੀਂਹ ਪੈ ਕੇ ਨਰਮ ਹੋਈ, ਧੁੱਪ ਲੱਗਣ ਨਾਲ ਉਹ ਸਖਤ ਹੋ ਗਈ। ਹੇਠੋਂ ਬੀਜ ਜਿਹੜਾ ਅਨਾਜ ਚੋਂ ਨਿਕਲਿਆ ਉਹ ਕੋਮਲ ਹੈ, ਉਹ ਸਖਤ ਸਤਹ ਜਿਹੜੀ ਹੈ ਉਹਨੂੰ ਪਾੜ ਕੇ ਬਾਹਰ ਨਹੀਂ ਨਿਕਲ ਸਕਦਾ, ਵਿੱਚੇ ਹੀ ਉੱਗਿਆ, ਵਿੱਚੇ ਭਸਮ ਹੋ ਕੇ ਖਤਮ ਹੋ ਗਿਆ। ਉੱਗ ਵੀ ਪਿਆ ਤੇ ਉੱਗ ਕੇ ਵੀ ਨਹੀਂ ਉੱਗਿਆ, ਕੰਡ ਹੋ ਗਈ ਨਾ। ਕਿਉਂ ਹੋ ਗਈ? ਬੀ ਪਿਆ ਹੈ, ਜ਼ਮੀਨ ਮੌਜੂਦ ਦੇ ਵਿੱਚ ਬੀ ਪੈ ਗਿਆ, ਉੱਤੋਂ ਕਣੀਆਂ ਪੈ ਗਈਆਂ, ਉਹ ਕੰਡ ਹੋ ਗਈ। ਇਹ ਜਿਹੜਾ ਸੱਚੀ ਮੁੱਚੀ ਰੋਣਾ ਹੈ, ਅੱਖਾਂ ਚੋਂ ਅਥਰੂਆਂ ਦੀ ਜਿਹੜੀ ਬਾਰਿਸ਼ ਗੱਲਾਂ ਦੀ ਜ਼ਮੀਨ ਤੇ ਪੈਣੀ ਹੈ, ਇਹ ਉਸ ਬੀਜ ਨੂੰ ਕੰਡ ਕਰ ਦਿੰਦੀ ਹੈ। ਉੱਗ ਕੇ ਵੀ ਉਹ ਨਾ ਉੱਗਿਆਂ ਦੇ ਬਰਾਬਰ ਹੋ ਜਾਂਦਾ ਹੈ। ਪ੍ਰਾਸ਼ਚਿਤ ਕਰਨਾ ਔਰ ਹਾਰਟਲੀ ਕਰਨਾ ਵੀ ਜੋ ਹੋਇਆ ਮੇਥੋਂ ਗਲਤ ਹੋਇਆ, ਹੇ ਵਾਹਿਗੁਰੂ ਕਿਰਪਾ ਕਰ ਅੱਗੇ ਤੋਂ ਇਹ ਨਾ ਹੋਵੇ। ਤੋ ਗੁਰੂ ਸਵਾਰਿਓ ਫਿਰ ਉਹ ਸੂਲੀ ਤੋਂ ਸੂਲ ਬਣਨ ਵਾਲੀ ਗੱਲ ਹੋ ਜਾਂਦੀ। ਹਜ਼ੂਰ ਬਖਸ਼ਿਸ਼ ਕਰਦੇ ਨੇ, ਵਰਨਾ ਆਪ ਬੀਜ ਆਪੇ ਹੀ ਖਾਏ, ਜੋ ਕੁਝ ਤੂੰ ਬੀਜ ਰਿਹਾ ਹੈ ਖੇਤ ਸਰੀਰ ਜੋ ਬੀਜਿਆ ਸੋ ਅੰਤ ਖਲੋਆ ਆਏ, ਉਹ ਤੈਨੂੰ ਵੱਢਣਾ ਪਏਗਾ। ਕੱਚੀ ਕੰਧ ਕੱਚਾ ਵਿੱਚ ਰਾਜ, ਮਤ ਅਲੂਣੀ ਫਿੱਕਾ ਸਾਧ। ਸਾਧ ਸੰਗਤ, ਇੱਥੇ ਜਿਹੜਾ ਰਾਜ ਸ਼ਬਦ ਆਇਆ, ਰਾਜ ਗੁਰਬਾਣੀ ਵਿੱਚ ਸਪੈਲਿੰਗ ਡਿਟੋ ਹੋਵੇਗੀ, ਅਰਥ ਬਦਲ ਜਾਣਗੇ। ਰਾਜ ਭੁਯੰਗ ਪ੍ਰਸੰਗ ਜੈਸੇ ਹੈ, ਉਥੇ ਰਾਜ ਦੇ ਅਰਥ ਕੀ ਨੇ? ਕਿਸੇ ਗੱਲ ਨੂੰ ਗੁਪਤ ਰੱਖਣਾ, ਉਹ ਸੈਂਸ 'ਚ ਨੇ। ਇੱਥੇ ਰਾਜ ਦੇ ਕੀ ਅਰਥ ਨੇ? ਜਿਹੜਾ ਇੱਟਾਂ ਨੂੰ ਪਕੜ ਕੇ ਗੁਣੀਏ ਦੇ ਵਿੱਚ ਦੀਵਾਰਾਂ ਬਣਾਉਂਦਾ, ਰਾਜ ਮਿਸਤਰੀ। ਇੱਥੇ ਰਾਜ ਦੇ ਅਰਥ ਰਾਜ ਮਿਸਤਰੀ ਨੇ। ਜਿਸ ਤਰ੍ਹਾਂ ਦੀਵਾਰਾਂ ਨੂੰ ਰਾਜ ਮਿਸਤਰੀ ਬਣਾਉਂਦਾ ਹੈ, ਕੰਧਾਂ ਨੂੰ ਉਸਾਰਦਾ ਹੈ, ਇਸ ਤਰ੍ਹਾਂ ਜੀਵਨ ਦੀ ਉਸਾਰੀ ਕਰਨ ਵਾਲਾ ਜਿਹੜਾ ਸਾਡਾ ਮਨ ਰੂਪੀ ਰਾਜ ਮਿਸਤਰੀ ਹੈ ਨਾ, ਉਹ ਖੁਦ ਕੱਚਾ ਹੈ, ਤੇ ਉਹਦੀ ਬਣਾਈ ਹੋਈ ਕੰਧ ਕਿਵੇਂ ਪੱਕੀ ਹੋ ਜਾਏਗੀ? ਆਖੋ ਸਤਨਾਮ ਸ੍ਰੀ ਵਾਹਿਗੁਰੂ। ਰਾਜਾ ਬਾਲਕ, ਰਾਜਾ ਸਾਰੇ ਇਹ ਸਰੀਰ ਰੂਪੀ ਕਿਲੇ ਦਾ ਰਾਜਾ ਮਨ ਬਣ ਗਿਆ। ਰਾਜਾ ਬਾਲਕ ਨਗਰੀ ਕਾਚੀ ਤੇ ਦੁਸ਼ਟਾਂ ਨਾਲ ਪਿਆਰੋ, ਕਾਮ ਕ੍ਰੋਧ ਲੋਭ ਮੋਹ ਅਹੰਕਾਰ ਨਾਲ ਪਿਆਰ ਪਾਈ ਬੈਠਾ ਹੈ, ਤੇ ਨਗਰੀ ਕੱਚੀ ਹੈ ਸਰੀਰ ਰੂਪੀ, ਤੇ ਮਨ ਰੂਪੀ ਰਾਜਾ ਜਿਹੜਾ ਹੈ ਉਹ ਬਾਲਕ ਹੈ,
ਮੈਚੁਰ ਕੋਨੀ ਗਾ, ਸਿਆਣਪ ਕੋਲ ਕੋਨੀ, ਭਲਾ ਕਿੱਥੋਂ ਹੋਵੇਗਾ। ਇਸੇ ਤਰ੍ਹਾਂ ਕੱਚੀ ਕੰਧ, ਕੱਚਾ ਵਿੱਚ ਰਾਜ। ਇਹ ਮਨ ਜਿਹੜਾ ਹੈ ਇਹ ਕੱਚਾ ਹੈ, ਭਾਵ ਇਹਦੀ ਅਜੇ ਘਾੜਤ ਨਹੀਂ ਘੜੀ ਗਈ। ਜਿੱਥੇ ਘੜੀ ਹੈ ਸੁਰਤ, ਮਤ, ਮਨ, ਬੁੱਧ, ਉਸ ਟਕਸਾਲ ਵਿੱਚ ਨਹੀਂ ਅਜੇ ਗਿਆ। ਐਰਨ ਜਿਉਂ ਸਿਰ ਦੇ ਵਾਲੀ ਅਵਸਥਾ ਅਜੇ ਨਹੀਂ ਬਣੀ। ਇਸ ਵਾਸਤੇ ਅਜੇ ਇਹ ਕੱਚਾ ਹੈ। ਮਤ ਅਲੂਣੀ ਫਿੱਕਾ ਸਾਧ। ਫਲ ਸਰੂਪ ਇਹਦੀ ਜਿਹੜੀ ਅਕਲ ਹੈ, ਅਲੂਣੀ, ਲੂਣ ਤੋਂ ਰਹਿਤ, ਸੈਂਸ ਕੀ ਹੈ, ਸਵਾਦ ਤੋਂ ਬਿਨਾ, ਭਾਵ ਫਿੱਕੀ। ਅਕਲ ਵੀ ਫਿੱਕੀ ਬਣੀ ਰਹਿੰਦੀ। ਮਤ ਅਲੂਣੀ ਤੇ ਫਿੱਕਾ ਸਾਧ, ਇਹਦੀ ਮਤ ਵਿਕਾਸ ਨਹੀਂ ਕਰਦੀ। ਤੁਸੀਂ ਇੱਕ ਬਚਨ ਪੜ੍ਹਦੇ ਹੋ, ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ। ਗੁਰਬਾਣੀ ਵਿੱਚ ਇੱਕ ਬਚਨ ਹੈ ਗੁਰੂ ਅਮਰਦਾਸ ਦਾ, ਹਜ਼ੂਰ ਕਹਿੰਦੇ ਨੇ, ਖੇਤ ਮਿਆਲਾਂ ਉੱਚੀਆਂ। ਇਹਨੂੰ ਠੇਠ ਪੰਜਾਬੀ ਚ ਵੱਟ ਵੀ ਕਹਿੰਦੇ ਨੇ, ਬੰਨਾ ਵੀ ਕਹਿੰਦੇ ਨੇ, ਇਹਨੂੰ ਮਿਆਲ ਵੀ ਕਹਿੰਦੇ ਨੇ। ਮਿਆਲ ਵੱਟ ਨੂੰ ਕਹਿੰਦੇ ਨੇ, ਮਿਆਲਾਂ ਵੱਟਾਂ ਬਹੁਵਚਨ। ਕਿਸਾਨ ਜਦੋਂ ਹਾੜੀ ਦੀ ਫਸਲ ਵੱਢਦਾ ਹੈ, ਗਾਂਹਦਾ ਹੈ, ਹੁਣ ਤੇ ਕੰਬਾਈਨਾਂ ਆ ਗਈਆਂ, ਫਲੇ ਹੁੰਦੇ ਸਨ, ਇਹਨੂੰ ਗੁਰੂ ਨਾਨਕ ਸਾਹਿਬ ਨੇ ਅੰਨ ਗਾ ਕਿਹਾ ਬਾਣੀ ਚ। ਲਾਟੂ ਮਾਧਾਣੀਆਂ ਅੰਨ ਗਾ, ਅੰਨ ਗਾ ਫਲਿਆਂ ਨੂੰ ਕਿਹਾ। ਉਹ ਫਿਰ ਗਾ ਕੇ ਤੂੜੀ ਵੱਖਰੀ, ਦਾਣੇ ਵੱਖਰੇ, ਸਾਂਭ ਸੰਭਾਲ ਕੇ, ਭੜੋਲਿਆਂ 'ਚ ਦਾਣੇ ਪਾ ਕੇ, ਪੈਲੀ ਵਾਹ ਕੇ, ਬੰਨੇ ਬੁੰਨੇ ਤਗੜੇ ਕਰਕੇ ਬੇਫਿਕਰ ਹੋ ਜਾਂਦਾ ਸੀ ਬਈ ਹੁਣ ਰਿਹਾਇਸ਼ ਮੇਰੀ ਉੱਚੇ ਥਾਂ ਤੇ ਵੇ, ਖੇਤ ਮੇਰੇ ਨੀਵੇਂ ਥਾਂ ਤੇ ਨੇ, ਭੜੋਲਿਆਂ 'ਚ ਦਾਣੇ ਪਾ ਲਏ ਨੇ, ਹੁਣ ਮੀਂਹ ਪਵੇ ਤੇ ਰਿਜ਼ਕ ਮੇਰੇ ਕੋਲ ਹੈ, ਮੈਨੂੰ ਕਿਤੇ ਭੱਜਣਾ ਨਹੀਂ ਪੈਣਾ, ਔਰ ਜਿਹੜਾ ਕਣੀ ਪਈ ਮੇਰੀ ਪੈਲੀ 'ਚੋਂ ਕਿਸੇ ਹੋਰ ਪੈਲੀ 'ਚ ਜਾਣੀ ਕੋਨੀ, ਇਸ ਲਈ ਮੈਨੂੰ ਫਾਇਦਾ ਹੀ ਫਾਇਦਾ। ਜਦੋਂ ਮੀਂਹ ਪਵੇ ਨਾ, ਧਨੀ ਲੋਕ ਖੁਸ਼ ਹੁੰਦੇ ਨੇ। ਖਿਮਾ ਕਰਨਾ, ਜਦੋਂ ਮੀਂਹ ਪਵੇ ਨਾ, ਗਰੀਬ ਲੋਕ ਦੁਖੀ ਹੁੰਦੇ ਨੇ। ਕਿਸੇ ਦਾ ਬਾਲਣ ਭਿੱਜ ਗਿਆ, ਕਿਸੇ ਨੇ ਦਿਹਾੜੀ ਕਰਨ ਜਾਣਾ ਤੇ ਭਲਕੇ ਦਿਹਾੜੀ ਮਰ ਜਾਣੀ। ਨਾਨਕ ਸਾਵਣ ਜੇ ਵਸੈ ਚੌਂ ਉਮਾਹਾ ਹੋਏ, ਨਾਗਾ ਮਿਰਗਾ ਮੱਛੀਆਂ ਰਸੀਆਂ ਘਰ ਧਨ ਹੋਏ। ਨਾਨਕ ਸਾਵਣ ਜੇ ਵਸੈ ਚੌਂ ਵਿਛੋੜਾ ਹੋਏ, ਗਾਈ ਪੁੱਤਾਂ ਨਿਰਦ ਨਾ ਪੰਥੀ ਚਾਕਰ ਹੋਏ। ਮਰਦ ਕਹਿੰਦੇ ਜੇ ਮੀਂਹ ਪਵੇ, 4 ਜਣੇ ਖੁਸ਼ ਹੁੰਦੇ, 4 ਜਣੇ ਨਾਰਾਜ਼ ਹੁੰਦੇ। ਖੁਸ਼ ਕੌਣ ਹੁੰਦਾ ਹੈ? ਮਹਾਰਾਜ ਕਹਿੰਦੇ ਨਾਨਕ ਸਾਵਣ ਜੇ ਵਸੈ ਚੌਂ ਉਮਾਹਾ ਹੋਏ। ਨਾਗ, ਸੱਪ, ਮਿਰਗ, ਪੱਠੇ ਹੁੰਦੇ ਜੰਗਲਾਂ 'ਚ, ਮੱਛੀਆਂ, ਪਾਣੀ ਵੱਧਦਾ, ਤੇ ਉਹ ਰਸੀਏ ਜਿਹੜੇ ਪਦਾਰਥਾਂ ਦਾ, ਭੋਗਾਂ ਦਾ ਰਸ ਲੈਂਦੇ ਨੇ, ਉਹ ਕਹਿੰਦੇ ਨੇ ਮੌਸਮ ਬੜਾ ਵਧੀਆ ਹੋ ਗਿਆ, ਅੱਜ ਮਿਜ਼ਾਜ ਬੜਾ ਵਧੀਆ। ਤੇ ਦੂਜੇ ਪਾਸੇ ਗਾਈ ਪੁੱਤਾਂ ਟਰੈਕਟਰ ਨਹੀਂ ਸਨ, ਗਾਵਾਂ ਦੇ ਪੁੱਤਰ ਕੀ ਨੇ? ਵੱਛੇ। ਵੱਛੇ ਤੋਂ ਮਰਾਦੇ ਬਲਦ ਟੱਗੇ। ਮੀਂਹ ਪੈ ਗਿਆ, ਪਹਿਲੀ ਵੱਤਰ ਆ ਗਈ, ਉਹਨਾਂ ਦੀ ਸਵੇਰੇ ਸ਼ਾਮਤ ਆ ਜਾਣੀ। ਜੋਬੋ ਵਾਲਾ ਨਿਰਧਨ ਬੰਦਾ, ਪੰਥੀ, ਰਾਈ ਤੇ ਚਾਕਰ, ਨੌਕਰੀ ਪੇਸ਼ਾ ਲੋਕ, ਉਹ ਦੁਖੀ ਹੁੰਦੇ ਨੇ। ਤੋਂ ਮੈਂ ਅਰਜ਼ ਕਰ ਰਿਹਾ ਸਾਂ ਮਤ ਨੂੰ ਲੈ ਕੇ ਗੱਲ। ਉਹ ਫਿਰ ਵੱਟਾਂ ਬੰਨੀਆਂ ਉੱਚੀਆਂ ਕਰ ਦਿੰਦਾ, ਉੱਚੀ ਥਾਂ ਤੇ ਰਿਹਾਇਸ਼ ਹੈ, ਭੜੋਲੇ ਦਾਣਿਆਂ ਦੇ ਭਰ ਲੈ, ਬਿਲਕੁਲ ਬੇਫਿਕਰ ਹੋ ਜਾਂਦਾ ਹੈ। ਉਹ ਕਹਿੰਦਾ ਵੀ ਜੇ ਮੀਂਹ ਪਏਗਾ ਤੇ ਸਗੋਂ ਆਨੰਦ ਲਵਾਂਗੇ। ਖੇਤ ਮਿਆਲਾਂ ਉੱਚੀਆਂ, ਘਰ ਉੱਚਾ ਨਿਰਨੋ। ਜਿਸ ਤਰ੍ਹਾਂ ਕਿਸਾਨ ਵੱਟਾਂ ਉੱਚੀਆਂ ਕਰ ਦਿੰਦਾ, ਰਿਹਾਇਸ਼ ਉੱਚੇ ਥਾਂ ਤੇ ਬੇਫਿਕਰ ਹੋ ਜਾਂਦਾ ਹੈ, ਫਿਰ ਕਹਿੰਦਾ ਜੇ ਪ੍ਰਾਹੁਣੇ ਆਉਣ ਤੇ ਕੋਈ ਗੱਲ ਨਹੀਂ, ਸਗੋਂ ਚੰਗੀ ਗੱਲ ਹੈ, 4 ਦਿਨ ਆਪਾਂ ਵੀ ਮौज ਕਰਾਂਗੇ, ਸਾਨੂੰ ਵੀ ਪਦਾਰਥ ਖਾਣ ਨੂੰ ਮਿਲਣਗੇ। ਇਸੇ ਤਰ੍ਹਾਂ ਜਿਹੜਾ ਅਧਿਆਤਮਕ ਪੱਖੋਂ ਅਮੀਰ ਹੈ, ਉਹ ਕਹਿੰਦਾ ਹੈ ਵੀ ਮੈਂ ਮਤ ਰੂਪੀ ਜਿਹੜੀ ਮੇਰੀ ਰਿਹਾਇਸ਼ ਹੈ ਉਹ ਉੱਚੇ ਥਾਂ ਤੇ ਵੇ, ਫਲੱਡ ਦਾ ਪਾਣੀ ਨਹੀਂ ਮੇਰੀ ਰਿਹਾਇਸ਼ ਤੇ ਆਉਂਦਾ, ਤੇ ਮਨ ਰੂਪੀ ਮੇਰੇ ਖੇਤ ਜਿਹੜੇ ਨੇ ਉਹ ਨੀਵੇਂ ਥਾਂ ਤੇ ਨੇ। ਮੇਰੇ ਖੇਤ ਦਾ ਪਾਣੀ ਦੂਜੇ ਪਾਣੀ 'ਚ ਜਾਂਦਾ ਹੀ ਨਹੀਂ, ਕਿਉਂਕਿ ਜਲ ਬੜਾ ਜ਼ਰੂਰੀ ਹੈ। ਜਲ ਬਿਨ ਸ਼ਾਖ ਕੁਮਲਾਵਤੀ ਉਪਜੈ ਨਾਹੀ ਦਾਮ। ਉਹ ਕਹਿੰਦਾ ਖੇਤ ਮਿਆਲਾਂ ਉੱਚੀਆਂ, ਘਰ ਉੱਚਾ, ਮਤ ਰੂਪੀ ਘਰ ਉੱਚਾ ਨਿਰਨੋ। ਮਹਿਲ ਭਗਤੀ ਘਰ ਸਰੈ ਸੱਜਣ ਪਾਉਣਿਓ, ਵਰਸਣਾ ਤਾਂ ਵਰਸ ਘਣਾ। ਜਿਵੇਂ ਉਹ ਕਿਸਾਨ ਕਹਿੰਦਾ ਮੀਂਹ ਪਵੇ ਚੰਗੀ ਗੱਲ ਏ, ਜਿਹਦੇ ਕੋਠੇ ਚਾਹੁੰਦੇ ਨੇ ਉਹ ਕਹਿੰਦਾ ਨਾ ਪਵੇ, ਜਿਹਦੇ ਨਹੀਂ ਚਾਹੁੰਦੇ ਉਹ ਕਹਿੰਦਾ ਪਵੇ। ਇਸੇ ਤਰ੍ਹਾਂ ਕਹਿੰਦੇ ਵੀ ਹੇ ਗੁਰੂ ਬੱਦਲ ਤੂੰ ਵਸ, ਮੈਨੂੰ ਇਸ ਗੱਲ ਦੀ ਖੁਸ਼ੀ ਏ ਕਿਉਂਕਿ ਮੇਰੀ ਮੱਤ ਤੇਰੀ ਕਿਰਪਾ ਨਾਲ ਉੱਚੀ ਤੇ ਮਨ ਨੀਵਾਂ ਹੋ ਗਿਆ ਹੈ। ਇਹ ਗੁਰੂ ਨੂੰ ਦੇ ਦਿੱਤਾ ਸੀ ਨਾ।
ਗੁਰੂ ਨੇ ਦੀ ਘਾੜਤ ਕੱਢ ਦਿੱਤੀ। ਜੇ ਨਹੀਂ ਤੇ ਫਿਰ ਮਤ ਅਲੂਣੀ ਫਿੱਕਾ ਸਾਧ। ਪਹਿਲੀ ਕਰੂਪ ਭਗਤ ਕਬੀਰ ਜੀ, ਜਿਹੜੀ ਮੇਰੀ ਪਹਿਲੀ ਸੀ ਨਾ ਮਤ, ਮੇਰੇ ਕੋਲ ਸੀ ਮਨ ਮਤ, ਉਹ ਬੜੀ ਕਰੂਪ ਬਦ ਸ਼ਕਲ, ਕੁਜਾਤ ਨੀਵੇਂ ਅਸਲੇ ਵਾਲੀ, ਕੁਲੱਖਣੀ ਕਲੈਣੀ ਸਹੁਰੇ ਪਈ ਹੈ ਬੁਰੀ। ਜੇ ਮੈਂ ਉਹਦੇ ਆਸਰੇ ਰਹਿੰਦਾ ਤੇ ਲੋਕ ਪਰਲੋਕ ਮੇਰੇ ਦੋਵੇਂ ਜਾਂਦੇ ਰਹਿੰਦੇ। ਅਬ ਕੀ ਸਰੂਪ ਸੁਜਾਨ ਸੁਲੱਖਣੀ ਜਿਹੜੀ ਗੁਰੂ ਕੋਲੋਂ ਮਿਲੀ ਏ, ਇਹ ਬੜੀ ਸੋਹਣੀ, ਬੜੇ ਚੰਗੇ ਅਸਲੇ ਵਾਲੀ ਤੇ ਸੁਲੱਖਣੀ ਹੈ। ਸਹਿਜੇ ਉਦਰ ਧਰੀ ਭਲੀ ਸਰੀ ਮੂਈ ਮੇਰੀ ਪਹਿਲੀ ਬਰੀ, ਜੁਗ ਜੁਗ ਜੀਓ ਮੇਰੀ ਅਬ ਕੀ ਧਰੀ। ਕਹੋ ਕਬੀਰ ਜਬ ਲੌਰੀ ਆਈ ਵੱਡੀ ਕਾ ਸੁਹਾਗ ਟਰਿਓ, ਜਦੋਂ ਗੁਰਮਤ ਆ ਗਈ ਤੇ ਮਨਮਤ ਮਗਰੋਂ ਲੈ ਗਈ। ਲੌਰੀ ਸੰਗ ਭਈ ਅਬ ਮੇਰਾ ਜੇਠੀ ਔਰ ਤਰਿਓ। ਮਤ ਅਲੂਣੀ ਫਿੱਕਾ ਸਾਧ। ਨਾਨਕ ਆਣੇ ਆਵੈ ਰਾਸ। ਸਤਿਗੁਰੂ ਫਰਮਾਨ ਕਰਦੇ ਨੇ, ਜੇ ਅਕਾਲ ਪੁਰਖ ਕਿਰਪਾ ਕਰੇ ਤੇ ਜੀਵਨ ਜੀਵਨ ਸ਼ੈਲੀ, ਲਾਈਫ ਸਟਾਈਲ ਰਾਸ ਆ ਜਾਂਦਾ ਹੈ। ਗੁਰੂ ਦੀ ਕਿਰਪਾ ਹੋ ਜਾਂਦੀ ਹੈ, ਅਕਾਲ ਪੁਰਖ ਦੀ ਬਖਸ਼ਿਸ਼ ਆ ਜਾਏ ਤੇ ਕਾਰਜ ਜੀਵਨ ਪ੍ਰਯੋਜਨ ਵਾਲਾ ਜਿਹੜਾ ਕਾਰਜ ਹੈ ਉਹ ਰਾਸ ਆ ਜਾਂਦਾ ਹੈ। ਬਿਨ ਨਾਵੈ ਨਾਹੀ ਸਾਬਾਸ। ਔਰ ਜੇ ਕੋਈ ਮਨੁੱਖ ਮਨ ਮਤ ਦੇ ਉੱਤੇ ਤੁਰ ਕੇ ਨਾਮ ਤੋਂ ਵਾਂਝਾ ਰਹਿ ਕੇ ਜ਼ਿੰਦਗੀ ਬਸ਼ਰ ਕਰਕੇ ਜਾਏ ਤੇ ਫਿਰ ਉਹਨੂੰ ਵਾਹਿਗੁਰੂ ਦੀ ਦਰਗਾਹ ਵਿੱਚ ਸ਼ਾਬਾਸ਼ ਪ੍ਰਾਪਤ ਨਹੀਂ ਹੁੰਦੀ। ਉੱਥੇ ਖਰੇ ਖਜ਼ਾਨੇ ਪਾਈਏ, ਖੋਟੇ ਸੱਟੀਏ ਬਾਰ-ਬਾਰ ਵਾਂਗੂ, ਫਿਰ ਉਹ ਆਪਣੇ ਪ੍ਰੀਤਮ ਦੇ ਚਰਨਾਂ ਵਿੱਚ ਨਿਵਾਸ ਪ੍ਰਾਪਤ ਨਹੀਂ ਕਰ ਸਕਦੇ। ਆਵਾਗਾਉਣ ਦਾ ਚੱਕਰ ਨਿਰੰਤਰ ਬਣਿਆ ਰਹਿੰਦਾ ਹੈ। ਤੋ ਹਜ਼ੂਰ ਨੇ ਵਿਚਾਰਦੀਨ ਸ਼ਬਦ ਵਿੱਚ ਜੋ ਜ਼ੋਰ ਦੇ ਕੇ ਗੱਲ ਅੱਜ ਬਖਸ਼ਿਸ਼ ਦੇ ਰੂਪ ਵਿੱਚ ਦਿੱਤੀ ਹੈ, ਉਹ ਇਹ ਹੈ ਕਿ ਉਸ ਨੂੰ ਆਪਣੀ ਤਾਰੀਫ, ਆਪਣੀ ਉਸਤਤ, ਆਪਣਾ ਨਾਮ ਜਪਣ ਵਾਲਾ ਭਾਂਦਾ ਹੈ। ਤੇ ਉਹ ਨਾਮ ਗੁਰੂ ਸਵਾਰਿਓ ਸਤ ਸੰਗਤ ਕੈਸੀ ਜਾਣੀ ਹੈ, ਜਿੱਥੇ ਏਕੋ ਨਾਮ ਵਖਾਣੀ ਹੈ। ਏਕੋ ਨਾਮ ਹੁਕਮ ਹੈ, ਹੁਕਮ ਰਜ਼ਾ ਤੇ ਭਾਣਾ। ਜਿਹਨੂੰ ਰਜ਼ਾ ਵਿੱਚ ਰਾਜੀ ਰਹਿਣ ਦਾ ਵੱਲ ਆ ਗਿਆ। ਸਮਾਪਤੀ ਕਰਾਂ ਸਿਰਫ 1 ਮਿੰਟ। ਸਾਧੂ JP ਵਾਸਵਾਨੀ, ਸਾਧੂ TL ਵਾਸਵਾਨੀ ਤੋਂ ਬਾਅਦ ਜੇ ਕੋਈ ਸਿੰਧੀਆਂ ਵਿੱਚ ਪ੍ਰਵਾਨ ਮਹਾਂਪੁਰਸ਼ ਚੜਿਆ ਤੇ JP ਵਾਸਵਾਨੀ ਸਾਹਿਬ ਨੇ। ਕਦੀ ਕਦੀ ਸ਼ੁਰੂ 'ਚ ਸਬ TV ਤੇ ਤੁਸੀਂ ਉਹਨਾਂ ਨੂੰ ਦੇਖਦੇ ਸੁਣਦੇ ਸੋ। ਉਹ ਕਹਿੰਦੇ ਨੇ, ਮੈਂ ਇੱਕ ਦਿਨ ਸਾਧੂ TL ਵਾਸਵਾਨੀ ਸਾਹਿਬ ਨੂੰ ਪੁੱਛਿਆ ਵੀ ਰਜਾ ਵਿੱਚ ਰਾਜੀ ਰਹਿਣ ਵਾਲੇ ਦਾ ਕਿਵੇਂ ਦਾ ਲਾਈਫ ਸਟਾਈਲ ਹੁੰਦਾ ਹੈ। ਤਾਂ ਕਹਿੰਦੇ ਵੀ ਮੈਨੂੰ, ਵਾਸਵਾਨੀ ਸਾਹਿਬ ਨੇ ਆਖਿਆ ਵੀ ਰਜਾ ਵਿੱਚ ਰਾਜੀ ਰਹਿਣ ਵਾਲੇ ਦਾ ਜੀਵਨ ਇੰਝ ਹੁੰਦਾ ਵੀ ਮਾਨੋ ਉਹ ਕਿਤੇ ਇਕਾਂਤ ਵਿੱਚ ਬੈਠਾ ਮੈਡੀਟੇਸ਼ਨ ਕਰਦਾ, ਔਰ ਮੈਡੀਟੇਸ਼ਨ ਕਰਦਿਆਂ ਕਰਦਿਆਂ ਉਹਦੀ ਬਾਤ ਬਣ ਗਈ, ਝਮੇਲਿਆਂ ਤੋਂ ਉੱਪਰ ਉੱਠ ਗਿਆ, ਪਕੜ ਢਿੱਲੀ ਹੋ ਗਈ, ਔਰ ਉਹਨੂੰ ਸਾਰਾ ਸੰਸਾਰ ਤੁੱਛ ਨਜ਼ਰ ਆਉਂਦਾ ਹੈ। ਰੁਤਬੇ, ਮਰਾਤਬੇ, ਇਹ ਉਹ ਸਭ ਤੁੱਛ ਨਜ਼ਰ ਆਉਂਦਾ, ਉਹ ਚਾਹੁੰਦਾ ਹੀ ਨਹੀਂਗਾ। ਤੇ ਅਚਾਨਕ ਇੱਕ ਵਿਅਕਤੀ ਉਹਦੇ ਕੋਲ ਆ ਕੇ ਕਹਿੰਦਾ ਹੈ ਵੀ ਜਨਾਬ, ਰਾਸ਼ਟਰ ਨੇ ਤੁਹਾਨੂੰ ਰਾਸ਼ਟਰਪਤੀ ਬਣਾਉਣ ਦਾ ਫੈਸਲਾ ਕਰ ਲਿਆ। ਤੇ ਉਹ ਇਹ ਨਹੀਂ ਕਹੇਗਾ ਵੀ ਮੈਂ ਕੀ ਲੈਣਾ ਰਾਸ਼ਟਰਪਤੀ ਦੀ ਪੋਸਟ ਤੋਂ, ਮੈਂ ਤੇ ਮੈਡੀਟੇਸ਼ਨ ਕਰਨਾ, ਮੇਰੀ ਬਾਤ ਬਣ ਗਈ ਹੈ, ਲਿਵ ਲੱਗ ਗਈ ਹੈ, ਔਰ ਮੈਂ ਨਾਮ ਵਿੱਚੋਂ ਉਹ ਰਸ ਲੈਣਾ ਜਿਹੜਾ ਰਾਸ਼ਟਰਪਤੀ ਦੀ ਪਦਵੀ ਤੇ ਬੈਠ ਕੇ ਮਿਲ ਹੀ ਨਹੀਂ ਸਕਦਾ, ਇਸ ਲਈ ਮੈਂ ਨਹੀਂ ਝਮੇਲੇ 'ਚ ਪੈਣਾ, ਮੈਂ ਨਹੀਂ ਰਾਸ਼ਟਰਪਤੀ ਬਣਨਾ। ਨਹੀਂ, ਸਗੋਂ ਹੱਥ ਜੋੜ ਕੇ ਕਹੇਗਾ ਜੀ ਸਤ ਬਚਨ, ਮੈਂ ਸੇਵਾ ਨਿਭਾਉਣ ਲਈ ਤਿਆਰ ਹਾਂ। ਉਹ ਸੇਵਾ ਸ਼ੁਰੂ ਕਰ ਦੇਗਾ। ਸਮੇਂ ਦਾ ਪਹੀਆ ਆਪਣੀ ਚਾਲੇ ਚੱਲਦਾ ਰਵੇ। ਅਚਾਨਕ ਉਹਦੇ ਕੋਲ ਜਾ ਕੇ ਕਿਹਾ ਜਾਏ ਵੀ ਸੱਜਣ, ਹੁਣ ਤੁਹਾਨੂੰ ਰਾਸ਼ਟਰਪਤੀ ਦੀ ਪਦਵੀ ਛੱਡਣੀ ਪਏਗੀ, ਔਰ ਇੱਕ ਗੱਲ ਹੋਰ, ਕੱਲ ਤੋਂ ਤੁਸੀਂ ਜਿਸ ਰਾਸ਼ਟਰਪਤੀ ਭਵਨ ਦੇ ਵਿੱਚ ਰਾਸ਼ਟਰਪਤੀ ਬਣ ਕੇ ਬੈਠਦੇ ਹੋ, ਇਸੇ ਰਾਸ਼ਟਰਪਤੀ ਭਵਨ ਦੇ ਵਿੱਚ ਡਾਂਗ ਨਾਲ ਝਾੜੂ ਬਣ ਕੇ ਤੁਹਾਨੂੰ ਸਫਾਈ ਕਰਨੀ ਪਏਗੀ। ਤੇ ਹੱਥ ਜੋੜ ਕੇ ਕਹੇਗਾ ਜੀ ਸਤ ਬਚਨ, ਔਰ ਝਾੜੂ ਪਕੜ ਕੇ ਸਫਾਈ ਸ਼ੁਰੂ ਕਰ ਦੇਗਾ। ਇਹਨੂੰ ਕਹਿੰਦੇ ਰਜਾ ਵਿੱਚ ਰਾਜੀ ਰਹਿਣਾ। ਅਸੀਂ ਤੇ ਥਾਣੇਦਾਰ ਬਣ ਜਾਈਏ ਤੇ ਕਹਿੰਦੇ ਵੀ ਹੁਣ ਹੌਲਦਾਰ ਨਹੀਂ, ਹੁਣ ਤੇ ਦੇਸ਼ ਛੱਡ ਜਾਗਾ, ਵੀ ਥੱਲੇ ਥੋੜਾ ਹੋਣਾ, ਤਾਂ ਨੂੰ ਲਿਜਾਣਾ। ਤੇ ਚਲੋ, ਜਿਨ੍ਹਾਂ ਨੂੰ ਰਜਾ ਵਿੱਚ ਰਾਜੀ ਰਹਿਣ ਦੀ ਜਾਚ ਆਈ, ਉਹ ਰਾਸ਼ਟਰਪਤੀ ਦੀ ਕੁਰਸੀ ਤੋਂ ਉੱਠ ਕੇ ਤੇ ਝਾੜੂ ਪਕੜ ਕੇ ਕੂਚੇ ਵਿੱਚ ਲਗਾਣੀ ਵੀ ਸ਼ੁਰੂ ਕਰ ਦਿੰਦੇ ਨੇ। ਇਸੇ ਨੂੰ ਮਹਾਰਾਜ ਕਹਿੰਦੇ ਨੇ ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ ਨਾਲ। ਤੋਂ ਦਿੱਤਾ ਹੋਇਆ ਸਮਾਂ ਸਮਾਪਤ ਹੈ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਬਹੁਤ ਹਾਰਦਿਕ ਧੰਨਵਾਦ ਹੈ ਆਪ ਸਾਰੀਆਂ ਸੰਗਤਾਂ ਦਾ। ਆਪ ਜੀ ਨੇ ਕਿਰਪਾ ਕਰਕੇ, ਇਕਾਗਰਤਾ ਬਖਸ਼ਿਸ਼ ਕਰਕੇ ਇਹ ਸੇਵਾ ਜਿਹੜੀ ਹੈ ਉਹ
ਦਾਸਾਂ ਕੋਲੋਂ ਲਈਏ। ਕਰੀਏ ਗੁਰ ਵਿਚਾਰ, ਨਾਨਕ ਬੇੜੀ ਸੱਚ ਕੀ। ਕਰੀਏ ਗੁਰ ਵਿਚਾਰ, ਕਰੀਏ ਗੁਰ ਵਿਚਾਰ, ਨਾਨਕ ਬੇੜੀ ਸੱਚ ਕੀ। ਕਰੀਏ ਗੁਰ